Hello students, beta. In this video we are going to study about our next topic, transformer. AC generator ਆਪਾਂ कर चुके हैं. Now we are going to study about transformer. Beta, it is an electrical device. It is an electrical device with the help of which we can convert AC voltage. Either we increase or we can decrease AC voltage. एक डिवाइस है जिस डिवाइस ਦੀ ਹੈਲਪ ਲੈ ਕੇ ਅਸੀਂ AC ਵੋਲਟੇਜ ਨੂੰ ਚੇਂਜ ਕਰ ਸਕਦੇ ਹਾਂ. ਚੇਂਜ AC ਵੋਲਟੇਜ ਘੱਟ ਹੈ ਉਹਨੂੰ ਇਨਕਰੀਜ਼ ਵੀ ਕਰ ਸਕਦੇ ਹਾਂ, AC ਵੋਲਟੇਜ ਜ਼ਿਆਦਾ ਹੈ ਉਹਨੂੰ ਡਿਕਰੀਜ਼ ਵੀ ਕਰ ਸਕਦੇ ਹਾਂ. ਤਾਂ ਟਰਾਂਸਫਾਰਮਰਸ ਟੂ ਟਾਈਪਸ ਦੇ ਹੁੰਦੇ ਨੇ. ਇਟ ਇਜ਼ ਆਫ ਟੂ ਟਾਈਪਸ. ਇੱਕ ਹੁੰਦਾ ਬੇਟਾ ਸਟੈਪ ਅਪ ਟਰਾਂਸਫਾਰਮਰ, ਓਕੇ. ਇੱਕ ਹੁੰਦਾ ਸਟੈਪ ਡਾਊਨ ਟਰਾਂਸਫਾਰਮਰ. ਸਟੈਪ ਡਾਊਨ ਟਰਾਂਸਫਾਰਮਰ ਜਿਹੜਾ ਵੋਲਟੇਜ ਇਨਕਰੀਜ਼ ਕਰੇ, which increase the voltage, that is step up transformer. ਜਿਹੜਾ voltage down करे, decrease करे, which decrease the voltage, it is known as step down transformer. ਇਹ ਦੋ ਤਰ੍ਹਾਂ ਦੇ ਟਰਾਂਸਫਾਰਮਰਸ ਹੁੰਦੇ ਨੇ. ਜਿਸ ਟਰਾਂਸਫਾਰਮਰ ਦੀ ਹੈਲਪ ਲੈ ਕੇ ਤੁਸੀਂ ਵੋਲਟੇਜ ਇਨਕਰੀਜ਼ ਕਰੋ ਉਹਨੂੰ ਬੋਲਿਆ ਜਾਂਦਾ ਸਟੈਪ ਅਪ ਟਰਾਂਸਫਾਰਮਰ, ਐਂਡ ਜਿਸ ਦੀ ਹੈਲਪ ਲੈ ਕੇ ਤੁਸੀਂ ਵੋਲਟੇਜ ਡਿਕਰੀਜ਼ ਕਰੋ, ਡਿਕਰੀਜ਼, ਉਸ ਨੂੰ ਬੋਲਿਆ ਜਾਂਦਾ ਸਟੈਪ ਡਾਊਨ ਟਰਾਂਸਫਾਰਮਰ. क्लियर बेटा? किस प्रिंसिपल पे वर्क करता है? प्रिंसिपल, इट वर्क्स ऑन द प्रिंसिपल ऑफ म्यूचुअल इंडक्शन. इट वर्क्स ऑन द प्रिंसिपल ऑफ म्यूचुअल इंडक्शन. म्यूचुअल इंडक्शन तुसी पढ़ी है यूनिट 4th चैप्टर 1st ਸੈਲਫ ਇੰਡਕਸ਼ਨ ਪੜ੍ਹੀ ਸੀ, ਉਸ ਤੋਂ ਬਾਅਦ ਮਿਊਚੁਅਲ ਇੰਡਕਸ਼ਨ ਪੜ੍ਹੀ ਹੈ ਬੇਟਾ, ਪੜ੍ਹੀ ਸੀ ਨਾ. ਦੈਟ ਵਰਕਸ ਔਨ ਦ ਪ੍ਰਿੰਸੀਪਲ ਆਫ ਮਿਊਚੁਅਲ ਇੰਡਕਸ਼ਨ. ਮਿਊਚੁਅਲ ਇੰਡਕਸ਼ਨ ਕੀ ਸੀ? ਵੈਨ ਐਵਰ ਕਰੰਟ is changing in primary coil, then EMF is induced in secondary coil. ਵੀ ਜਦੋਂ ਵੀ ਪ੍ਰਾਇਮਰੀ ਕੋਇਲ ਦਾ ਕਰੰਟ ਚੇਂਜ ਹੋਏਗਾ ਤਾਂ ਸੈਕੰਡਰੀ ਕੋਇਲ 'ਚ EMF ਇੰਡਿਊਸ ਹੋਏਗੀ. ਇਸ ਪ੍ਰਿੰਸੀਪਲ 'ਤੇ ਇਹ ਟਰਾਂਸਫਾਰਮਰ ਕੰਮ ਕਰਦਾ ਬੇਟਾ. ਇਸੇ ਪ੍ਰਿੰਸੀਪਲ 'ਤੇ ਇਹ ਵੋਲਟੇਜ ਇਨਕਰੀਜ਼ ਕਰਦਾ, ਇਸੇ ਪ੍ਰਿੰਸੀਪਲ 'ਤੇ ਇਹ ਵੋਲਟੇਜ ਡਿਕਰੀਜ਼ ਕਰਦਾ. ਤਾਂ ਜਿਹੜਾ ਟਰਾਂਸਫਾਰਮਰ ਵੋਲਟੇਜ ਇਨਕਰੀਜ਼ ਕਰੇਗਾ ਉਸ ਨੂੰ ਅਸੀਂ ਬੋਲਾਂਗੇ ਸਟੈਪ ਅਪ ਟਰਾਂਸਫਾਰਮਰ. ਜਿਹੜਾ ਵੋਲਟੇਜ ਡਿਕਰੀਜ਼ ਕਰੇਗਾ ਉਸ ਨੂੰ ਬੋਲਾਂਗੇ ਸਟੈਪ ਡਾਊਨ ਟਰਾਂਸਫਾਰਮਰ. ਅੰਡਰਸਟੈਂਡ? ਨਾਓ ਇਹਦੀ ਕੰਸਟਰਕਸ਼ਨ ਬੇਟਾ, ਵਾਟ ਇਜ਼ ਇਟਸ ਕੰਸਟਰਕਸ਼ਨ? ਕੰਸਟਰਕਸ਼ਨ ਦੇ ਵਿੱਚ ਆਇਰਨ ਕੋਰ ਹੁੰਦੀ ਹੈ ਬੇਟਾ ਇੱਕ. ਇਹ ਆਇਰਨ ਦੀ ਕੋਰ ਹੈ. This is iron core. आयरन मटीरियल ਦੀ ਕੋਰ ਹੈ. ਇੱਕ ਫਰੇਮ ਲੈ ਲਿਆ ਆਇਰਨ ਮੈਟਲ ਦਾ, ਉਸ ਦੇ ਇੱਕ ਪਾਸੇ ਇੱਕ ਕੋਇਲ ਵਾਊਂਡ ਕਰਤੀ ਬੇਟਾ, ਐਂਡ ਦੂਸਰੇ ਪਾਸੇ ਦੂਸਰੀ ਕੋਇਲ ਵਾਊਂਡ ਕਰਤੀ.
ठीक है। ਜਿਹੜੀ ਇਹ ਕੋਇਲ ਹੈ ਇਸ ਨੂੰ ਅਸੀਂ AC ਸੋਰਸ ਨਾਲ ਜੋੜਾਂਗੇ, AC ਸੋਰਸ। ਐਂਡ ਜਿਹੜੀ ਇੱਧਰਲੀ ਕੋਇਲ ਹੈ ਇਸ ਤੋਂ ਅਸੀਂ ਆਊਟਪੁੱਟ ਲਵਾਂਗੇ, ਮਤਲਬ ਕਿਸੇ ਕੋਈ ਬਲਬ ਨਾਲ ਜਾਂ ਕੋਈ ਡਿਵਾਈਸ ਨਾਲ ਜੋੜਾਂਗੇ, ਐਨੀ ਡਿਵਾਈਸ ਹੈਵਿੰਗ ਰੈਜ਼ਿਸਟੈਂਸ RL ਮਤਲਬ ਲੋਡ ਰੈਜ਼ਿਸਟੈਂਸ, ਲੋਡ ਰੈਜ਼ਿਸਟੈਂਸ ਮਤਲਬ ਲੋਡ ਕਿਹਾ ਜਾਂਦਾ ਡਿਵਾਈਸ ਨੂੰ, ਜਿਹੜੀ ਡਿਵਾਈਸ ਅਸੀਂ ਚਲਾਉਂਦੇ। ਤਾਂ ਜਿਹੜੀ ਕੋਇਲ ਤੁਸੀਂ AC ਸੋਰਸ ਨਾਲ ਜੋੜੀ ਹੈ ਦੈਟ ਕੋਇਲ ਇਜ਼ ਨੋਨ ਐਜ਼ ਪ੍ਰਾਇਮਰੀ ਕੋਇਲ। ਉਸ ਕੋਇਲ ਨੂੰ ਬੋਲਦੇ ਨੇ ਪ੍ਰਾਇਮਰੀ ਕੋਇਲ, ਜਿਸ ਤੋਂ ਤੁਸੀਂ ਆਊਟਪੁੱਟ ਲਓਗੇ। ਇਸ ਕੋਇਲ ਤੋਂ ਬੇਟਾ ਆਊਟਪੁੱਟ ਲਓਗੇ, ਆਊਟਪੁੱਟ ਇੱਧਰੋਂ ਇਨਪੁੱਟ ਦੋਗੇ, ਜਿਸ ਤੋਂ ਆਊਟਪੁੱਟ ਲਓਗੇ ਦੈਟ ਕੋਇਲ ਇਜ਼ ਨੋਨ ਐਜ਼ ਸੈਕੰਡਰੀ ਕੋਇਲ। ਇਸ ਕੋਇਲ ਨੂੰ ਬੋਲਦੇ ਨੇ ਬੇਟਾ ਸੈਕੰਡਰੀ ਕੋਇਲ। ਬਸ ਇੰਨੀ ਕੁ ਕੰਸਟਰਕਸ਼ਨ ਹੈ ਟਰਾਂਸਫਾਰਮਰ ਦੀ। ਆਇਰਨ ਦੀ ਕੋਰ ਹੁੰਦੀ ਹੈ, ਆਇਰਨ ਦੀ, ਓਕੇ। ਇੱਕ ਪਾਸੇ ਇੱਕ ਕੋਇਲ ਵਾਊਂਡ ਕਰਤੀ ਜਿਸ ਨੂੰ ਅਸੀਂ ਇਨਪੁੱਟ ਦੇਵਾਂਗੇ, AC ਸੋਰਸ ਨਾਲ ਕਨੈਕਟਿਡ ਹੈ। ਇਨਪੁੱਟ ਵਾਲੀ ਕੋਇਲ ਪ੍ਰਾਇਮਰੀ ਕੋਇਲ ਹੁੰਦੀ ਹੈ, ਜਿਸ ਤੋਂ ਅਸੀਂ ਆਊਟਪੁੱਟ ਲਵਾਂਗੇ ਦੈਟ ਕੋਇਲ ਇਜ਼ ਸੈਕੰਡਰੀ ਕੋਇਲ, ਹੈ ਨਾ। ਅੱਛਾ, ਇਹ ਦੋਨੇ ਕੋਇਲਸ ਇੱਕ ਦੂਜੇ ਦੇ ਬਹੁਤ ਜ਼ਿਆਦਾ ਕਲੋਜ਼ ਨੇ, ਇੰਨਾ ਜ਼ਿਆਦਾ ਕਲੋਜ਼ ਨੇ ਵੀ ਜਿੰਨਾ ਫਲਕਸ ਇਹਦਾ ਚੇਂਜ ਹੋਏਗਾ ਆਲਮੋਸਟ ਓਨਾ ਹੀ ਫਲਕਸ ਇਹਦਾ ਵੀ ਚੇਂਜ ਹੋਏਗਾ। ਸੈਕੰਡਰੀ ਕੋਇਲ ਲਾਈਜ਼ very close to primary coil. Secondary coil lies very close to primary coil such that the rate of change of flux in primary coil is same as that in secondary coil। जिन्ना प्राइमरी कोयल का फ्लक्स चेंज होएगा उन्ना ही secondary coil का फ्लक्स चेंज होएगा। प्राइमरी कोयल दी नंबर ऑफ टर्न्स NP, secondary coil दी नंबर ऑफ टर्न्स NS। प्राइमरी कोयल चो जो करंट फ्लो होएगा IP, सैकेंडरी कोयल चो जो करंट फ्लो होएगा IS। सोर्स दी EMF EP एंड सैकेंडरी कोयल चो जो EMF इंड्यूस होएगी दैट इज ES। ठीक है, टर्म्स सारी क्लियर हो गई। व्हाट इज NP? नंबर ऑफ टर्न्स ऑफ प्राइमरी कोयल। NS नंबर ऑफ टर्न्स ऑफ सैकेंडरी कोयल। IP करंट फ्लोइंग थ्रू प्राइमरी कोयल। IS करंट फ्लोइंग थ्रू सैकेंडरी कोयल। हाँ, EP होगी सोर्स दी EMF। ये दोनों पैरेलल कनैक्टेड है बेटा, जिन्नी एस दी होएगी उन्नी ही एस दी होएगी, ओके। ES इज EMF इंड्यूस्ड इन सैकेंडरी कोयल, जिन्नी एदी होएगी उन्नी ही एदे अक्रॉस होएगी, बिकॉज बोथ आर कनैक्टेड इन पैरेलल, ओके। ओके राजे, सो दिस इज द कंस्ट्रक्शन ऑफ ट्रांसफॉर्मर। ये ट्रांसफॉर्मर की कंस्ट्रक्शन है बेटा। तो एक बार रिवाइज कर लें जिन्ना आपां ने कीता। ट्रांसफॉर्मर किस नूं कहा जाता बेटा? इट इज़ एन इलैक्ट्रिकल डिवाइस जिस दी हैल्प नाल असी वोल्टेज चेंज कर सकते हैं, वोल्टेज अप भी कर सकते हैं, वोल्टेज डाउन भी कर सकते हैं। वोल्टेज दैट डिवाइस विद द हैल्प ऑफ विच वी कैन चेंज AC वोल्टेज। ये दो तरह के होंगे ने ट्रांसफॉर्मर, स्टैप अप ट्रांसफॉर्मर एंड स्टैप डाउन ट्रांसफॉर्मर। दैट ट्रांसफॉर्मर विच अप द वोल्टेज, जिहड़ा वोल्टेज इनक्रीज करे, स्टैप अप ट्रांसफॉर्मर, एंड विच डाउन्स द वोल्टेज, जिहड़ा वोल्टेज डिक्रीज करे, स्टैप डाउन ट्रांसफॉर्मर। किस प्रिंसीपल ते वर्क करते हैं? म्यूचुअल इंडक्शन ते वर्क करते हैं। वैन एवर करंट इज चेंजिंग इन प्राइमरी कोयल EMF इज इंड्यूस्ड इन सैकेंडरी कोयल। दिस फिनोमिना इज नोन एज म्यूचुअल इंडक्शन। ट्रांसफॉर्मर म्यूचुअल इंडक्शन ते वर्क करता है। कंस्ट्रक्शंस मैं थोड़ा क्लीयर करती बेटा, ओके। हुण इहदी वर्किंग की है? वर्किंग बहुत सौखी है बेटा, बहुत ईजी वर्किंग है। भी जदों एक किहड़ा सोर्स है? अल्टरनेटिंग सोर्स है, AC सोर्स है। AC सोर्स है तो किहड़ा करंट होएगा? अल्टरनेटिंग करंट। अल्टरनेटिंग करंट होएगा, करंट चेंज होएगा, क्योंकि अल्टरनेटिंग करंट बार बार की होंदा रहिंदा है? चेंज। करंट चेंज होएगा तो इहदा फ्लक्स चेंज होएगा, इहदा फ्लक्स चेंज होएगा, क्योंकि करंट के कारण इहदा फील्ड बनेगा, फील्ड कारण इहदा फ्लक्स बनेगा। करंट चेंज होएगा तो बेटा इहदा फ्लक्स चेंज होएगा। इहदे प्राइमरी कोयल के इन्फ्लुएंस ची की पई है? सैकेंडरी कोयल,
जिन्ना फ्लक्स प्राइमरी कोयल का चेंज होएगा आलमोस्ट उन्ना ही फ्लक्स सैकेंडरी कोयल का चेंज होएगा। जो सैकेंडरी कोयल का फ्लक्स चेंज होएगा तो सैकेंडरी कोयल EMF एंड करंट इंड्यूस होंगे। बस ये वर्किंग है, दिस इज इट्स वर्किंग। ओके, समझ आ गया की वर्किंग है बेटा। भी इनपुट च असी AC सोर्स लगाया हुआ तो इनपुट प्राइमरी कोयल केड़ा करंट फ्लो होएगा, अल्टरनेटिंग करंट। अल्टरनेटिंग करंट इज़ अ वेरीएबल करंट, इट इज़ अ वेरीएबल करंट। एक करंट चेंज होएगा तो प्राइमरी कोयल का फ्लक्स चेंज होएगा। जिन्ना प्राइमरी कोयल का फ्लक्स चेंज होएगा उन्ना ही फ्लक्स किहदा चेंज होना बेटा, जिन्ना प्राइमरी कोयल का फ्लक्स चेंज होएगा उन्ना ही फ्लक्स किहदा चेंज होना, सैकेंडरी कोयल का। तो जो प्राइमरी का फ्लक्स चेंज होएगा तो सैकेंडरी का भी फ्लक्स चेंज होएगा। वाई, बिकॉज सैकेंडरी कोयल प्लेस्ड वेरी वेरी क्लोज टू प्राइमरी कोयल। सैकेंडरी कोयल प्राइमरी कोयल के बहुत ज़्यादा क्लोज पई है, इस करके जिन्ना फ्लक्स प्राइमरी कोयल का चेंज होएगा सैकेंडरी कोयल का भी चेंज होएगा। जो सैकेंडरी कोयल का फ्लक्स चेंज होएगा तो सैकेंडरी कोयल EMF इंड्यूस होएगी। एग्रीड है ना। बस वो EMF प्राइमरी कोयल नालों जो ज़्यादा होएगी या घट होएगी, कदों ज़्यादा होएगी कदों घट होएगी, वो मैं थोड़ा थ्योरी च दसदा। ये वर्किंग सी। क्लीयर। सो वर्किंग इज़ ओवर। नोट्स चो पढ़ लियो बेटा एक बारी वर्किंग। ओके, नाउ वी कम टू थ्योरी। थ्योरी तो कुछ कंसैप्ट्स होर क्लीयर करांगे ट्रांसफॉर्मर नाल रिगार्डिंग। यस बेटा। EMF का फॉर्मूला आपां नूं पता है, असी पहला पढ़िया भी है। अकॉर्डिंग टू फैराडेज सेकेंड लॉ, EMF इंड्यूस का फार्मूला होंगे -N d∅dt, है ना। तो यूज दिस फार्मूला ऑन प्राइमरी कोयल। प्राइमरी कोयल, प्राइमरी कोयल EMF कितनी है बेटा, आ देखो डायग्राम च। प्राइमरी कोयल EMF हैगी है EP, नंबर ऑफ टर्न्स ने NP, रेट ऑफ चेंज ऑफ फ्लक्स किन्ना d∅dt। EMF EP, प्राइमरी कोयल दी EMF EP, नंबर ऑफ टर्न्स NP, रेट ऑफ चेंज ऑफ फ्लक्स d∅dt। अप्लाई सेम फार्मूला ऑन सेकेंडरी कोयल। सेकेंडरी कोयल तो भी लगा दो। सेकेंडरी कोयल डायग्राम देखो बेटा, EMF कितनी है ES, नंबर ऑफ टर्न्स कितने ने NS, रेट ऑफ चेंज ऑफ फ्लक्स कितने d∅dt। EMF ES, नंबर ऑफ टर्न्स है NS, रेट ऑफ चेंज ऑफ फ्लक्स इज सेम एज दैट ऑफ प्राइमरी कोयल। प्राइमरी कोयल का रेट ऑफ चेंज ऑफ फ्लक्स एंड सेकेंडरी कोयल का रेट ऑफ चेंज ऑफ फ्लक्स बोथ आर सेम, बिकॉज बोथ कोयल्स प्लेस्ड वेरी वेरी क्लोज टू ईच अदर। तो हम अगर आप दोनों डिवाइड कर दिए, है ना, सेकेंडरी कोयल EMF प्राइमरी नाल डिवाइड कर दिए, -NS d∅dt -NP d∅dt। ये अपने डिवाइड करता सेकेंड इक्वेशन बाय फर्स्ट। माइनस ना माइनस कैंसल, d∅dt नाल d∅dt कैंसल, तो बेटा ये बन गया ES/EP इज इक्वल टू NS/NP। इसनू K ट्रांसफॉर्मेशन रेशो कहा जाता, ट्रांसफॉर्मेशन रेशो K। न्यूमेरिकल्स वास्ते वैसे भी फॉर्मूला याद रखना बेटा, इंपॉर्टेंट। ES/EP याद रखना आसान है, ES/EP NS/NP विच इज़ नोन एज K। वट इज़ ES, सेकेंडरी दी EMF, EP प्राइमरी कोयल दी EMF, NS नंबर ऑफ टर्न्स इन सेकेंडरी कोयल, NP नंबर ऑफ टर्न्स इन प्राइमरी कोयल। तो ईजीली फार्मूला याद रख सकते हो, ES/EP इज इक्वल टू NS/NP। ठीक है, हुण आपां ने पढ़िया सी भी ट्रांसफॉर्मर दो तरह के होंगे, किहड़े किहड़े बेटा, स्टैप अप एक,
ਸਟੈਪ ਡਾਊਨ। ਦੋ ਤਰ੍ਹਾਂ ਦੇ ਟਰਾਂਸਫਾਰਮਰ ਹੁੰਦੇ ਨੇ, ਇੱਕ ਸਟੈਪ ਅਪ, ਇੱਕ ਸਟੈਪ ਡਾਊਨ, ਹੈ ਨਾ ਬੇਟਾ। ਜਿਹੜਾ ਸਟੈਪ ਅਪ ਟਰਾਂਸਫਾਰਮਰ ਹੁੰਦਾ ਇਸ ਵਾਸਤੇ ਟਰਾਂਸਫੋਰਮੇਸ਼ਨ ਰੇਸ਼ੋ ਕੇ ਨਾਲੋਂ, ਟਰਾਂਸਫੋਰਮੇਸ਼ਨ ਰੇਸ਼ੋ ਜਿਹੜੀ ਕੇ ਹੈ 1 ਨਾਲੋਂ ਜ਼ਿਆਦਾ ਹੁੰਦੀ ਹੈ। ਸਟੈਪ ਡਾਊਨ ਟਰਾਂਸਫਾਰਮਰ ਹੈ ਤਾਂ ਇਸ ਦੀ ਕੇ ਦੀ ਵੈਲਿਊ 1 ਨਾਲੋਂ ਘੱਟ ਹੁੰਦੀ ਹੈ। ਟਰਾਂਸਫਾਰਮਰ ਵਾਸਤੇ ਕਦੇ ਵੀ ਕੇ ਦੀ ਵੈਲਿਊ 1 ਹੋਵੇ ਨੋਟ ਪੋਸੀਬਲ। ਫੋਰ ਟਰਾਂਸਫਾਰਮਰ k is equal to 1 not possible। या k ਦੀ ਵੈਲਿਊ 1 ਨਾਲੋਂ ਜ਼ਿਆਦਾ ਹੋਏਗੀ ਜਾਂ k ਦੀ ਵੈਲਿਊ 1 ਨਾਲੋਂ ਘੱਟ ਹੋਏਗੀ। ਜੇ k ਦੀ ਵੈਲਿਊ 1 ਨਾਲੋਂ ਜ਼ਿਆਦਾ ਤਾਂ ਇਟ ਇਜ਼ ਸਟੈਪ ਅਪ ਟਰਾਂਸਫਾਰਮਰ, ਜੇ k ਦੀ ਵੈਲਿਊ 1 ਨਾਲੋਂ ਘੱਟ ਤਾਂ ਇਟ ਇਜ਼ ਸਟੈਪ ਡਾਊਨ ਟਰਾਂਸਫਾਰਮਰ। ਓਕੇ, ਹੁਣ ਚੈੱਕ ਕਰੋ ਜੇ ਆਪਾਂ k ਦੀ ਵੈਲਿਊ NS/NP ਪੁੱਟ ਕਰ ਦਈਏ, NS/NP ਕੇ ਦੀ ਵੈਲਿਊ NS/NP ਉਰੇ ਪੁੱਟ ਕਰਤੀ NS/NP, ਤਾਂ ਇੱਥੋਂ ਬੇਟਾ ਰਿਜ਼ਲਟ ਬਣ ਗਿਆ NS ਇਜ਼ ਗ੍ਰੇਟਰ ਦੈਨ NP। NP ਨੂੰ ਉੱਧਰ ਮਲਟੀਪਲਾਈ ਕਰਤਾ। ਇਹਦਾ ਮਤਲਬ ਜਿਹੜਾ ਸਟੈਪ ਅਪ ਟਰਾਂਸਫਾਰਮਰ ਹੁੰਦਾ ਜਿਹੜਾ ਵੋਲਟੇਜ ਇਨਕਰੀਜ਼ ਕਰਦਾ ਹੈ ਨਾ, ਉਹਦੀਆਂ ਸੈਕੰਡਰੀ ਦੀਆਂ ਟਰਨਸ ਜ਼ਿਆਦਾ ਹੋਣਗੀਆਂ ਐਜ਼ ਕੰਪੈਰੇਟਿਵ ਟੂ ਪ੍ਰਾਇਮਰੀ। ਪ੍ਰਾਇਮਰੀ ਕੋਇਲ ਦੀਆਂ ਟਰਨਸ ਨਾਲੋਂ ਸੈਕੰਡਰੀ ਕੋਇਲ ਦੀਆਂ ਟਰਨਸ ਜ਼ਿਆਦਾ ਹੋਣਗੀਆਂ। ਕਲੀਅਰ ਹੈ ਨਾ ਬੇਟਾ। ਆ ਦੇਖੋ, ਪ੍ਰਾਇਮਰੀ ਕੋਇਲ ਦੀਆਂ ਟਰਨਸ ਘੱਟ ਹੋਣਗੀਆਂ 1 2 3, ਸੈਕੰਡਰੀ ਕੋਇਲ ਦੀਆਂ ਟਰਨਸ ਜ਼ਿਆਦਾ ਹੋਣਗੀਆਂ। ਜੇ ਸੈਕੰਡਰੀ ਕੋਇਲ ਦੀਆਂ ਟਰਨਸ ਜ਼ਿਆਦਾ ਨੇ ਤਾਂ ਸਮਝ ਲਓ ਇਟ ਇਜ਼ ਸਟੈਪ ਅਪ ਟਰਾਂਸਫਾਰਮਰ, ਇਹ ਵੋਲਟੇਜ ਵਧਾਏਗਾ। ਆਪਾਂ ਚੈੱਕ ਕਰਦੇ ਹਾਂ ਵੀ ਕੀ ਇਹ ਵੋਲਟੇਜ ਵਧਾਏਗਾ। ਕੇ ਦੀ ਵੈਲਿਊ ES/EP ਪੁੱਟ ਕਰੋ ਉਰੇ, ES/EP ਕੇ ਦੀ ਜਗ੍ਹਾ ਪੁੱਟ ਕਰਤਾ ES/EP, ਤਾਂ ਇੱਥੋਂ ਕਲੀਅਰ ਹੋ ਗਿਆ ES ਇਜ਼ ਗ੍ਰੇਟਰ ਦੈਨ EP। EP ਨੂੰ ਉੱਧਰ ਮਲਟੀਪਲਾਈ ਕਰਤਾ। ਦੈਟ ਮੀਨਸ ਜਿਹੜਾ ਸਟੈਪ ਅਪ ਟਰਾਂਸਫਾਰਮਰ ਹੈ ਇਹ ਵੋਲਟੇਜ ਇਨਕਰੀਜ਼ ਕਰੇਗਾ। ਸੈਕੰਡਰੀ ਦੀ ਵੋਲਟੇਜ ਜ਼ਿਆਦਾ ਹੋਏਗੀ ਐਜ਼ ਕੰਪੈਰੇਟਿਵ ਟੂ ਪ੍ਰਾਇਮਰੀ। ਇਟ ਇਨਕਰੀਜ਼ਿਸ ਵੋਲਟੇਜ, ਇਹ ਵੋਲਟੇਜ ਇਨਕਰੀਜ਼ ਕਰ ਰਿਹਾ। ਸੈਕੰਡਰੀ ਦੀਆਂ ਟਰਨਸ ਜ਼ਿਆਦਾ ਹੋਣਗੀਆਂ ਤਾਂ ਵੋਲਟੇਜ ਇਨਕਰੀਜ਼ ਕਰੇਗਾ। ਓਕੇ, ਜੇ ਸਟੈਪ ਡਾਊਨ ਟਰਾਂਸਫਾਰਮਰ 'ਚ ਚੱਲੀਏ ਕੇ ਦੀ ਵੈਲਿਊ NS/NP ਉਰੇ ਪੁੱਟ ਕਰੀਏ NS/NP, ਤਾਂ ਇੱਥੋਂ ਕਨਕਲੂਜਨ ਨਿਕਲਦਾ ਜੇ ਸਟੈਪ ਟਰਾਂਸਫਾਰਮਰ ਸਟੈਪ ਡਾਊਨ ਹੋਏਗਾ ਤਾਂ NS NP ਨਾਲੋਂ ਘੱਟ ਹੋਏਗਾ। ਪ੍ਰਾਇਮਰੀ ਦੀਆਂ ਟਰਨਸ ਜ਼ਿਆਦਾ ਹੋਣਗੀਆਂ, ਪ੍ਰਾਇਮਰੀ ਨਾਲੋਂ ਸੈਕੰਡਰੀ ਦੀਆਂ ਟਰਨਸ ਘੱਟ ਹੋਣਗੀਆਂ। ਪੂਰਾ ਰਿਜ਼ਲਟ ਕਨਕਲੂਡ ਹੋ ਗਿਆ। ਸੈਕੰਡਰੀ ਦੀਆਂ ਟਰਨਸ ਘੱਟ ਹੋਣਗੀਆਂ ਐਜ਼ ਕੰਪੈਰੇਟਿਵ ਟੂ ਪ੍ਰਾਇਮਰੀ। ਜੇ ਕੇ ਦੀ ਵੈਲਿਊ ਆ ਪੁੱਟ ਕਰੀਏ ES/EP, ES/EP, ਤਾਂ ਇੱਥੋਂ ਵੀ ਕਨਕਲੂਜਨ ਨਿਕਲਿਆ ਵੇ ES ਇਜ਼ ਲੈਸ ਦੈਨ EP। ਪ੍ਰਾਇਮਰੀ ਦੀ ਵੋਲਟੇਜ ਜ਼ਿਆਦਾ ਹੋਏਗੀ, ਸੈਕੰਡਰੀ ਦੀ ਵੋਲਟੇਜ ਘੱਟ ਹੋਏਗੀ। ਦੈਟ ਮੀਨਸ ਇਟ ਡਿਕਰੀਜ਼ਿਜ਼ ਵੋਲਟੇਜ, ਇਹ ਵੋਲਟੇਜ ਡਿਕਰੀਜ਼ ਕਰੇਗਾ। ਐਗਰੀਡ? ਸਮਝ ਆ ਗਿਆ? ਮੈਂ ਦੁਬਾਰਾ ਤੋਂ ਥਿਊਰੀ ਰਿਪੀਟ ਕਰ ਦਿੰਦਾ। ਅਕੋਰਡਿੰਗ ਟੂ ਫੈਰਾਡੇ ਸੈਕਿੰਡ ਲੋ, ਆ ਫਾਰਮੂਲਾ ਹੁੰਦਾ। ਇਹ ਫਾਰਮੂਲਾ ਪਹਿਲਾਂ ਪ੍ਰਾਇਮਰੀ ਕੋਇਲ 'ਤੇ ਲਗਾ ਲਿਆ, ਫਿਰ ਸੈਕੰਡਰੀ ਕੋਇਲ 'ਤੇ ਲਗਾ ਲਿਆ। ਦੋਨਾਂ ਦਾ ਰੇਟ ਆਫ ਚੇਂਜ ਆਫ ਫਲਕਸ ਸੇਮ ਰੱਖਣਾ ਹੈ ਫॉर ਮੇਕਿੰਗ ਕੈਲਕੂਲੇਸ਼ਨਸ ਈਜ਼ੀ। ਦੋਨਾਂ ਨੂੰ ਡਿਵਾਈਡ ਕੀਤਾ, ਰਿਜ਼ਲਟ ਬਣ ਗਿਆ। that is known as transformation ratio। ਸਟੈਪ ਅਪ ਟਰਾਂਸਫਾਰਮਰ ਵਾਸਤੇ ਇਹ 1 ਨਾਲੋਂ ਜ਼ਿਆਦਾ ਹੁੰਦੀ ਹੈ, ਸਟੈਪ ਡਾਊਨ ਟਰਾਂਸਫਾਰਮਰ ਵਾਸਤੇ ਇਹ 1 ਨਾਲੋਂ ਘੱਟ ਹੁੰਦੀ ਹੈ ਨਾ। ਤਾਂ ਇੱਥੋਂ ਰਿਜ਼ਲਟ ਨਿਕਲਿਆ ਵੀ ਜਿਹੜਾ ਸਟੈਪ ਅਪ ਟਰਾਂਸਫਾਰਮਰ ਹੁੰਦਾ, ਸਟੈਪ ਅਪ ਟਰਾਂਸਫਾਰਮਰ ਇਹਦੀਆਂ ਸੈਕੰਡਰੀ ਦੀਆਂ ਟਰਨਸ ਪ੍ਰਾਇਮਰੀ ਨਾਲੋਂ ਜ਼ਿਆਦਾ ਹੋਣਗੀਆਂ, ਸਟੈਪ ਡਾਊਨ 'ਚ ਸੈਕੰਡਰੀ ਦੀਆਂ ਟਰਨਸ ਘੱਟ ਹੋਣਗੀਆਂ, ਹੈ ਨਾ। ਤਾਂ ਨਾਮ ਵੀ ਯਾਦ ਰੱਖਣਾ ਆਸਾਨ ਹੈ ਬੇਟਾ। ਜੇ ਸੈਕੰਡਰੀ ਦੀਆਂ ਟਰਨਸ ਜ਼ਿਆਦਾ ਨੇ, ਸੈਕੰਡਰੀ ਤੋਂ ਯਾਦ ਰੱਖੋ, ਸੈਕੰਡਰੀ ਤੋਂ, ਇਸ ਤੋਂ ਜੇ ਸੈਕੰਡਰੀ ਦੀਆਂ ਟਰਨਸ ਜ਼ਿਆਦਾ ਨੇ ਤਾਂ ਇਟ ਇਜ਼ ਸਟੈਪ ਅਪ ਟਰਾਂਸਫਾਰਮਰ, ਵੋਲਟੇਜ ਵਧਾਏਗਾ। ਜੇ ਸੈਕੰਡਰੀ ਦੀਆਂ ਟਰਨਸ ਘੱਟ ਹੈ ਤਾਂ ਇਟ ਇਜ਼ ਸਟੈਪ ਡਾਊਨ ਟਰਾਂਸਫਾਰਮਰ, ਵੋਲਟੇਜ ਘਟਾਏਗਾ। ਕਲੀਅਰ ਬੇਟਾ? ਅੱਛਾ, ਐਫੀਸ਼ੀਐਂਸੀ ਆਫ ਅ ਟਰਾਂਸਫਾਰਮਰ। ਬਸ ਖਤਮ ਕਰਨ ਵਾਲੇ ਆਪਾਂ ਟੌਪਿਕ, ਧਿਆਨ ਨਾਲ ਸਮਝੋ। ਇਹ ਥਿਊਰੀ 'ਚ ਹੀ ਆਉਂਦਾ ਪਾਰਟ, ਇਹ ਐਫੀਸ਼ੀਐਂਸੀ ਆਫ ਟਰਾਂਸਫਾਰਮਰ। ਬੇਟਾ ਕਿਸੇ ਵੀ ਚੀਜ਼ ਦੀ ਐਫੀਸ਼ੀਐਂਸੀ ਹੁੰਦੀ ਹੈ ਉਹਦੀ ਆਊਟਪੁੱਟ ਪਾਵਰ ਅਪੋਨ ਉਹਦੀ ਇਨਪੁੱਟ ਪਾਵਰ। the ratio of output power of transformer to the input power of transformer is known as its efficiency। ਵੀ ਅਸੀਂ ਉਹਨੂੰ ਇਨਪੁੱਟ ਕਿੰਨੀ ਦਿੱਤੀ ਅਤੇ ਉਹਨੇ ਆਊਟਪੁੱਟ ਕਿੰਨੀ ਕੱਢੀ, ਉਸ ਤੋਂ ਉਹਦੀ ਐਫੀਸ਼ੀਐਂਸੀ ਫਾਈਂਡ ਆਊਟ ਕੀਤੀ ਜਾ ਸਕਦੀ ਹੈ। ਹੁਣ ਆਪਾਂ ਨੂੰ ਪਤਾ ਐਜ਼ ਪਾਵਰ ਦਾ ਫਾਰਮੂਲਾ VI ਹੁੰਦਾ।
है ना। जे असी आउटपुट पावर ऑफ ट्रांसफॉर्मर कढ़ांगे, आउटपुट पावर कढ़ांगे तो असी आउटपुट वोल्टेज लवांगे, आउटपुट ही करंट लवांगे। आउटपुट वोल्टेज आ देखो बेटा, आ आउटपुट सर्किट है, दिस सर्किट इज़ आउटपुट सर्किट। यदि वोल्टेज नू आउटपुट वोल्टेज बोलांगे, यदि करंट नू आउटपुट करंट बोलांगे, यदि रेजिस्टेंस नू आउटपुट रेजिस्टेंस बोलांगे। दिस इज़ आउटपुट वोल्टेज, आउटपुट करंट, आउटपुट रेजिस्टेंस, ये इनपुट सर्किट है आ वाला। यदि वोल्टेज नू इनपुट वोल्टेज बोलांगे, यदि करंट नू इनपुट करंट बोलांगे, इसकी कॉइल की जो रेजिस्टेंस होएगी इनपुट रेजिस्टेंस होएगी। अंडरस्टैंड? इनपुट वोल्टेज होगी EP, इनपुट करंट हो गया IP, आउटपुट वोल्टेज होगी ES, आउटपुट करंट हो गया IS। सो आउटपुट वोल्टेज ES, आउटपुट करंट IS। आ वाला फार्मूला लगा के आउटपुट वोल्टेज आ गई, इनपुट वोल्टेज काट लो, इनपुट पावर सॉरी, इनपुट वोल्टेज इनपुट करंट, है ना। तो एफिशिएंसी का फार्मूला बन गया ES IS अपॉन EP IP, आउटपुट पावर अपॉन इनपुट पावर। दिस इज़ द एफिशिएंसी ऑफ द ट्रांसफॉर्मर। जिहड़ा ट्रांसफॉर्मर आइडियल हुंदा है, इफ ट्रांसफॉर्मर इज़ आइडियल, आइडियल ट्रांसफॉर्मर उन्होंने कहते होंगे ने जिहदी एफिशिएंसी 100% होगी। एफिशिएंसी 100% का मतलब 100/100 1, ईटा की वैल्यू 1 हो। ईटा की वैल्यू 1 होने का मतलब चैक करो, देखो ईटा की वैल्यू 1 होने का मतलब यह है भी जी आउटपुट पावर है वो इनपुट पावर के इक्वल हो। आउटपुट पावर इज इक्वल टू इनपुट पावर। देयर इज नो लॉस ऑफ पावर टेक्स प्लेस। पावर का किसी तरह का लॉस ना हो, जिन्नी इनपुट पावर है उन्नी ही आउटपुट पावर बने, है ना। पावर का किसी तरह का कोई लॉस ना हो। बेटा कई ना स्टूडेंट्स इतों गलत इंटरप्रेट कर लेंगे ने। मैं थोनों वोल्टेज नहीं कह रहा, वोल्टेज मैं थोनों पावर कह रहा, पावर। मैं थोनों ये नहीं कह रहा भी इनपुट वोल्टेज इज इक्वल टू आउटपुट वोल्टेज, भी जिन्नी वोल्टेज असी देवांगे उन्नी आउटपुट वोल्टेज। फिर तो ट्रांसफॉर्मर का कोई यूज़ ही ना होया, भी ना ट्रांसफॉर्मर ने वोल्टेज बढ़ाई ना वोल्टेज घटाई। इनपुट वोल्टेज इज इक्वल टू आउटपुट वोल्टेज। मैं थोनों वोल्टेज नहीं कह रहा, गलती ना समझ लियो, मैं थोनों वोल्टेज नहीं कह रहा। वोल्टेज तो चेंज होएगी, पावर चेंज ना हो, है ना। चाहे बेटा वोल्टेज तो चेंज होएगी, जे स्टैप अप ट्रांसफॉर्मर है तो वोल्टेज बढ़ेगी, जे स्टैप डाउन ट्रांसफॉर्मर है तो वोल्टेज घटेगी। मैं थोनों वोल्टेज नहीं कह रहा, मैं पावर कह रहा, है ना। आउटपुट पावर एंड इनपुट पावर सेम हो, पावर का कोई लॉस ना हो, एनर्जी का कोई लॉस ना हो। देयर इज़ नो लॉस ऑफ एनर्जी, देयर इज़ नो लॉस ऑफ एनर्जी, एनर्जी का कोई लॉस ना हो। ठीक है। तो बेटा इत्थों सुनो, आ रिजल्ट तो जे आप इत्थे यूज़ करिए आउटपुट पावर इनपुट पावर। आउटपुट पावर कितनी है बेटा ES IS आ फाइंड की हुई है। इनपुट पावर कितनी है EP IP, इत्थों ES/EP बन गया IP/IS। रिलेशन इनवर्स बन गया। देखो वोल्टेज का करंट नाल, सैकेंडरी की वोल्टेज ऊपर है करंट नीचे, प्राइमरी की वोल्टेज नीचे है करंट ऊपर है। दैट मीनस E इज़ इनवर्सली प्रोपोर्शनल टू I। ਇਹਦਾ मतलब ये होया दैट ट्रांसफॉर्मर विच increases voltage it decreases current। Be awareful about this point। जिहड़ा ट्रांसफॉर्मर वोल्टेज ਵਧਾਏਗਾ वो करंट घटाएगा। इस करके कदे भी जिहड़ी ट्रांसफॉर्मर की डेफिनेशन है, ट्रांसफॉर्मर की कदे भी डेफिनेशन करंट नाल नहीं याद रखनी, वोल्टेज नाल याद रखनी। स्टैप अप ट्रांसफॉर्मर तो स्टैप डाउन ट्रांसफॉर्मर करंट नाल नहीं याद रखने, वोल्टेज नाल याद रखने ने। स्टैप अप ट्रांसफॉर्मर वोल्टेज ਵਧਾਉਂਦਾ है करंट घटा के, स्टैप डाउन ट्रांसफॉर्मर वोल्टेज डाउन करता है
वोल्टेज डिक्रीज करता है करंट बढ़ा के, मतलब आप कहिए तो सुनो, इन स्टैप अप ट्रांसफॉर्मर है ना, स्टैप अप ट्रांसफॉर्मर वोल्टेज बढ़ाएगा है ना, बट एक करंट घटा देगा। एंड इन स्टैप डाउन ट्रांसफॉर्मर वोल्टेज घटाता है, एक करंट बढ़ा देगा। ई ते आई का रिलेशन यूनिवर्स। तो तुसी जिहड़ियां ट्रांसफॉर्मर के नाम या डेफिनेशनस याद रखनियां ने, वो करंट नाल नहीं याद रखनियां। करंट नाल याद ना रखियो बेटा, वोल्टेज नाल याद रखियो भी स्टैप अप का मतलब वोल्टेज अप करेगा, वोल्टेज इनक्रीज़ करेगा। स्टैप डाउन का मतलब ये वोल्टेज डिक्रीज़ करेगा है ना। स्टैप अप ट्रांसफॉर्मर इंक्रीजेज वोल्टेज बाय डिक्रीजिंग करंट, स्टैप डाउन ट्रांसफॉर्मर डिक्रीजेज वोल्टेज बाय इंक्रीजिंग करंट। तो जोड़ा ये फार्मूला है ES/EP इज इक्वल टू IP/S, इट इज़ ओनली फॉर आइडियल ट्रांसफॉर्मर, फॉर आइडियल ट्रांसफॉर्मर जिस ट्रांसफॉर्मर की एफिशिएंसी 100% होवे। जिस ट्रांसफॉर्मर की एफिशिएंसी 100% नहीं होएगी फिर उसते तो तुसी आही फार्मूला लगाओगे एफिशिएंसी वाला, जिन्नी उसकी एफिशिएंसी होएगी वो फार्मूला लगा सकते। दिस इज़ ऑल अबाउट द थ्योरी ऑफ ट्रांसफॉर्मर बेटा, ठीक है। ये एफिशिएंसी के फार्मूले हो गए, आउटपुट पावर का फार्मूला हो गया, इनपुट पावर का फार्मूला हो गया, एफिशिएंसी का फार्मूला हो गया। जे ट्रांसफॉर्मर आइडियल है, आइडियल ट्रांसफॉर्मर सिर्फ कागज़ां हुंदा है। डेली लाइफ च ट्रांसफॉर्मर आइडियल होंदे नहीं हैगे। डेली लाइफ च किसी भी ट्रांसफॉर्मर की एफिशिएंसी 100% नहीं होंदी। क्यों नहीं होंदी? क्योंकि उस बहुत सारिया एनर्जीज़ का लॉस होंदा, बहुत सारिया एनर्जीज़ का लॉस होंदा, बहुत सारी पावर का लॉस होंदा। इस करके उसकी इनपुट पावर तो आउटपुट पावर इक्वल नहीं रह पाती डेली लाइफ च। ये सिर्फ कागज़ां च है, दिस इज़ ओनली इन पेपर वर्कस। भी अगर ट्रांसफॉर्मर आइडियल है तो उसकी एफिशिएंसी 100% होएगी, ईटा की वैल्यू 1 होएगी, जिन्नी इनपुट पावर है उन्नी ही आउटपुट पावर होएगी। आ रिलेशन लगा सकते। इस रिलेशन तो कंक्लूजन ये निकलिया भी जिहड़ा ट्रांसफॉर्मर वोल्टेज बढ़ाएगा वो करंट घटा देगा, जिहड़ा ट्रांसफॉर्मर वोल्टेज घटाएगा करंट बढ़ा देगा। इफ़ वोल्टेज इंक्रीजेज करंट डिक्रीजेज, इफ़ वोल्टेज डिक्रीजेज करंट इंक्रीजेज। क्लीयर। हुण मैं तुहानूं दसदा भी किहड़ी एनर्जी का लॉस होंदा डेली लाइफ च। डेली लाइफ किस किस एनर्जी का लॉस होंदा जिस कारण एफिशिएंसी 100% नहीं बन पाती। ध्यान नाल समझियो बेटा। वेरियस लॉसेस टेक्स प्लेस इन ट्रांसफॉर्मर। ट्रांसफॉर्मर च किहड़े लॉस होंदे ने जिस करके एफिशिएंसी इज़ ऑलवेज लैस दैन 100% इन डेली लाइफ। डेली लाइफ च एफिशिएंसी हमेशा 100% नालों घट होंदी है, मे बी 90% हो सकती है, मे बी 80% हो सकती है, एवं 100% नहीं होंदी। क्यों नहीं होंदी? क्योंकि बहुत सारे एनर्जीज़ के लॉस होंदे ने। किहड़े लॉस होंदे ने? फेरस लॉस, कॉपर लॉस, मैग्नेटिक फ्लक्स लॉस, हिस्टेरेसिस लॉस, मैग्नेटोस्ट्रिक्शन। ये बहुत तरह के एनर्जी के लॉस होंदे ने बेटा, इन्नी तरह के एनर्जी के लॉस होंदे ने। इन्हां लॉसिस कारण ट्रांसफॉर्मर की एफिशिएंसी नहीं होंदी। सब तो पहला लॉस फेरस लॉस, सब तो फर्स्ट लॉस है बेटा फेरस लॉस। फेरस लॉस का मतलब ये नहीं भी आयरन का लॉस होंदा है। फेरस मतलब आयरन, ये ना समझ लियो भी फेरस लॉस मतलब आयरन का लॉस होंदा, नहीं। आयरन कारण लॉस होंदा, लॉस ऑफ एनर्जी ड्यू टू आयरन, लॉस ऑफ एनर्जी ड्यू टू आयरन। आयरन कारण जो एनर्जी का लॉस होंदा दैट इज़ नोन एज फेरस लॉस।
ਆਇਰਨ ਦੀ ਕਿਹੜੀ ਚੀਜ਼ ਬਣੀ ਹੋਈ ਹੈ ਟਰਾਂਸਫਾਰਮਰ 'ਚ? ਦੇਖੋ ਆਇਰਨ ਦੀ ਕਿਹੜੀ ਚੀਜ਼ ਬਣੀ ਹੋਈ ਹੈ ਬੇਟਾ? ਆਇਰਨ ਦੀ ਕੋਰ ਬਣੀ ਹੋਈ ਹੈ। ਇਸ ਆਇਰਨ ਦੀ ਕੋਰ ਕਾਰਨ એનર્ਜੀ ਦਾ ਲੋਸ ਕਿਵੇਂ ਹੁੰਦਾ ਹੈ? ਕਿਵੇਂ ਹੁੰਦਾ ਸੁਣੋ, ਕਿਉਂਕਿ ਜਦੋਂ ਹੈ ਨਾ ਕਰੰਟ ਚੇਂਜ ਹੋਏਗਾ, ਕਰੰਟ ਚੇਂਜ ਹੋਣ ਨਾਲ ਫਲਕਸ ਚੇਂਜ ਹੋਏਗਾ, ਫਲਕਸ ਚੇਂਜ ਹੋਣ ਦੇ ਨਾਲ ਇਸ ਕੋਰ 'ਚ ਐਡੀ ਕਰੰਟਸ ਪ੍ਰੋਡਿਊਸ ਹੋਣਗੇ। ਕਿਹੜੇ ਕਰੰਟਸ ਪ੍ਰੋਡਿਊਸ ਹੋਣਗੇ? ਐਡੀ ਕਰੰਟਸ। ਪੜ੍ਹਿਆ ਸੀ ਬੇਟਾ ਇਸੇ ਯੂਨਿਟ 'ਚ ਵੀ ਜਦੋਂ ਕਿਸੇ ਮੈਟਲ ਦੀ ਸ਼ੀਟ ਜਾਂ ਮੈਟਲ ਦੀ ਬਲੌਕ, ਮੈਟੈਲਿਕ ਸ਼ੀਟ ਜਾਂ ਮੈਟੈਲਿਕ ਬਲੌਕ ਦਾ ਫਲਕਸ ਚੇਂਜ ਹੋਵੇ ਤਾਂ ਉਸ ਐਡੀ ਕਰੰਟਸ ਪ੍ਰੋਡਿਊਸ ਹੁੰਦੇ ਨੇ। ਤਾਂ ਬੇਟਾ ਜਦੋਂ ਹੈ ਨਾ ਇਸ ਕੋਰ ਦਾ, ਜਿਹੜੀ ਆ ਕੋਰ ਹੈ, ਜਦੋਂ ਇਸ ਕੋਰ ਦਾ ਫਲਕਸ ਚੇਂਜ ਹੋਏਗਾ ਇਸ 'ਚ ਐਡੀ ਕਰੰਟਸ ਪ੍ਰੋਡਿਊਸ ਹੋਣਗੇ। ਐਡੀ ਕਰੰਟਸ ਇੱਥੇ ਐਵੇਂ ਐਡੀ ਕਰੰਟਸ ਪ੍ਰੋਡਿਊਸ ਹੋਣਗੇ। ਇਹਨਾਂ ਐਡੀ ਕਰੰਟਸ ਦੇ ਕਾਰਨ ਇਹ ਕੋਰ ਗਰਮ ਹੋ ਜਾਏਗੀ, है ना, एक और गर्म हो जाएगी। ये मैं थोड़ा दिखाते शो करके बेटा, है ना, एक और गर्म हो जाएगी। गर्म होने ते ड्यू टू एडी करंट्स, है ना, ड्यू टू एडी करंट्स हीट प्रोड्यूस होएगी तो हीट एनर्जी सराउंडिंग्स की हो जाएगी लॉस। अगर तुसी ये है एडी करंट्स का लॉस देखो ख़त्म तो नहीं कर सकते, घटा सकते हो, है ना, एडी करंट्स कदे खत्म नहीं हो सकते बट मिनीमाइज़ किए जा सकते हैं। कहते जी तुसी कोर यूज़ करनी है ये लैमीनेटेड कोर यूज़ करो। लैमीनेटेड मतलब मैं थोड़ा समझाना, देखो लैमीनेटेड मतलब जी तुसी कोर लैनी है ये थिन स्लाइसिस कर लो, थिन स्लाइसिस कर लो बेटा, लाइक दिस। ਜਦੋਂ ਤੁਸੀਂ ਥਿਨ ਸਲਾਈਸਿਸ ਕਰ ਲਓਗੇ ਹੈ ਨਾ ਤਾਂ ਇਹ ਲੈਮੀਨੇਟਡ ਕੋਰ ਕਿਹਾ ਜਾਂਦਾ। ਫਿਰ ਉਹ ਸਲਾਈਸਿਸ ਨੂੰ ਇਕੱਠਾ ਜੋੜ ਕੇ ਫਿਰ ਕੋਰ ਬਣਾਓ, ਦਿਸ ਇਜ਼ ਨੋਨ ਐਜ਼ ਲੈਮੀਨੇਟਡ ਕੋਰ। ਹੁਣ ਜਦੋਂ ਵੀ ਇਹਦਾ ਫਲਕਸ ਚੇਂਜ ਹੋਏਗਾ, ਫਲਕਸ ਚੇਂਜ ਹੋਏਗਾ ਤਾਂ ਐਡੀ ਕਰੰਟਸ ਪ੍ਰੋਡਿਊਸ ਤਾਂ ਹੋਣਗੇ ਬਟ ਉਹ ਟੁੱਟ ਜਾਣਗੇ। ਇੱਕ ਸ਼ੀਟ ਦੇ ਐਡੀ ਕਰੰਟਸ ਦੂਸਰੀ ਸ਼ੀਟ ਨਾਲ ਮਿਕਸਅਪ ਨਹੀਂ ਹੋਣਗੇ, ਉਹਨਾਂ ਦੀ ਸਟਰੈਂਥ ਘੱਟ ਜਾਏਗੀ, ਐਡੀ ਕਰੰਟਸ ਦੀ ਸਟਰੈਂਥ ਘੱਟ ਜਾਏਗੀ, ਹੈ ਨਾ। ਤਾਂ in this way strength of eddy currents decreases, strength घट जाएगी तो हीट घट प्रोड्यूस होएगी, लॉस घट होएगा, लॉस डिक्रीजेस। मतलब असी इस लॉस नूं ख़त्म नहीं कर सकते, घटा सकते। फेरस लॉस ख़त्म नहीं किया जा सकता बट घटाया जा सकता बाई यूजिंग लैमीनेटेड कोर। लैमीनेटेड कोर यूज़ करने नाल एडी करंट्स घट जाएंगे, एडी करंट्स घटन नाल हीट की प्रोडक्शन घट जाएगी, एनर्जी का लॉस घट। सैकेंड लॉस, लॉस ऑफ एनर्जी टेक्स प्लेस ड्यू टू कॉपर। लॉस ऑफ एनर्जी टेक्स प्लेस ड्यू टू कॉपर। कॉपर कारण जो एनर्जी का लॉस होता। कॉपर की किहड़ी चीज़ बनी हुई है? कॉपर दी बेटा कोइल्स बनी हुई हैं, है ना। तो हर कॉपर कोइल दी मान लो एक कोइल कॉपर की बनी हुई है, उसकी कुछ ना कुछ रजिस्टेंस होएगी। हर कॉपर कोइल की रजिस्टेंस होएगी तो जो इस चो करंट फ्लो होएगा तो हीट की प्रोडक्शन होएगी, हीट की प्रोडक्शन होएगी, उस हीट कारण हीट प्रोड्यूस होएगी ड्यू टू रजिस्टेंस, है ना, उस हीट कारण एनर्जी का लॉस होएगा, लॉस ऑफ एनर्जी। इस बेटा जी हीट प्रोड्यूस हुई है इस हीट कारण एनर्जी का लॉस होएगा, दैट लॉस इज़ नोन एज कॉपर लॉस। लॉस ऑफ एनर्जी टेक्स प्लेस ड्यू टू कॉपर इज़ नोन एज कॉपर लॉस। तुसीं इसनूं घटा सकते हो रजिस्टेंस घटा के, है ना, रजिस्टेंस घटा के, एंड रजिस्टेंस घटा सकते हो एरिया ऑफ क्रॉस सैक्शन वधा के। इस करके ट्रांसफॉर्मर तो जिहड़ियां कोइल्स बाउंड कीतियां जांदियां ने उन्हां दा एरिया ऑफ क्रॉस सैक्शन वायर का ज़्यादा रखा जाता, मीनस यह जी वायर नालों वड्डी ज़्यादा एरिया ऑफ क्रॉस सैक्शन वाली वायर यूज़ की जाती। एरिया ऑफ क्रॉस सैक्शन वध जाएगा, एरिया ऑफ क्रॉस सैक्शन इनक्रीज़ हो जाएगा, एरिया ऑफ क्रॉस सैक्शन इनक्रीज़ होने नाल रजिस्टेंस डिक्रीज़ हो जाएगी,
ਰੈਜ਼ਿਸਟੈਂਸ ਡਿਕਰੀਜ਼ ਹੋਣ ਨਾਲ ਹੀਟ ਘੱਟ ਪ੍ਰੋਡਿਊਸ ਹੋਏਗੀ। ਹੀਟ ਤੇ ਆਰ ਦਾ ਰਿਲੇਸ਼ਨ ਡਾਇਰੈਕਟ ਹੈ, H ਇਜ਼ ਇਕੁਅਲ ਟੂ I ਸਕੇਅਰ RT ਹੈ। ਜਿਵੇਂ ਜਿਵੇਂ ਆਰ ਘਟੇਗੀ ਹੀਟ ਘਟੇਗੀ। ਬਟ ਬੇਟਾ ਤੁਸੀਂ ਇਹ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਨਹੀਂ ਵਧਾ ਸਕਦੇ, ਕਿਉਂਕਿ ਤੁਸੀਂ ਕਿੰਨੀਆਂ ਮੋਟੀਆਂ ਵਾਇਰਸ ਯੂਜ਼ ਕਰੋਗੇ, ਜਿੰਨੀਆਂ ਹੈਵੀ ਵਾਇਰਸ ਯੂਜ਼ ਕਰੋਗੇ ਮੋਟੀਆਂ, ਉਹਨਾਂ ਟਰਾਂਸਫਾਰਮਰ ਬਲਕੀ ਹੋ ਜਾਏਗਾ, ਉਹਦਾ ਵੇਟ ਜ਼ਿਆਦਾ ਹੋ ਜਾਏਗਾ, ਅਨਮੈਨੇਜੇਬਲ ਹੋ ਜਾਏਗਾ। ਤਾਂ ਤੁਸੀਂ ਠੀਕ ਹੈ ਏਰੀਆ ਆਫ ਕ੍ਰੋਸ ਸੈਕਸ਼ਨ ਵਧਾ ਕੇ ਰੈਜ਼ਿਸਟੈਂਸ ਘਟਾ ਸਕਦੇ ਹੋ, ਰੈਜ਼ਿਸਟੈਂਸ ਘਟਾ ਕੇ ਹੀਟ ਐਨਰਜੀ ਦਾ ਲੋਸ ਘਟਾ ਸਕਦੇ ਹੋ, ਬਟ ਇਹਨੂੰ ख़त्म नहीं कर ਸਕਦੇ। ਇਸ ਲੋਸ ਨੂੰ ख़त्म नहीं कर ਸਕਦੇ, ਕਿਉਂਕਿ ਕੋਈ ਵੀ ਮਟੀਰੀਅਲ ਇਹੋ ਜਿਹਾ ਨਹੀਂ ਬਣਿਆ ਜਿਸ ਦੀ ਰੈਜ਼ਿਸਟੈਂਸ ਨਾ ਹੋਵੇ। रूम टैंपरेचर ते या नॉर्मल है ना टैंपरेचर ते कोई भी मटीरियल ਇਹੋ ਜਿਹਾ ਨਹੀਂ ਬਣਿਆ ਜਿਸ ਦੀ ਰੈਜ਼ਿਸਟੈਂਸ ਨਾ ਹੋਵੇ। ਹਰ ਮਟੀਰੀਅਲ ਦੀ ਰੈਜ਼ਿਸਟੈਂਸ ਹੁੰਦੀ ਹੈ ਨਾ। ਗੁੱਡ ਕੰਡਕਟਰ, ਕੋਪਰ ਇਜ਼ ਗੁੱਡ ਕੰਡਕਟਰ, ਇਸੇ ਕਰਕੇ ਤਾਂ ਅਸੀਂ ਕੋਪਰ ਦੀਆਂ ਕੋਇਲਸ ਲੈਂਦੇ ਹਾਂ। ਕੋਪਰ ਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ, ਬਟ ਹੁੰਦੀ ਹੈ। ਕੋਪਰ ਦੀ ਰੈਜ਼ਿਸਟੈਂਸ ਹੁੰਦੀ ਹੈ, ਘੱਟ ਹੁੰਦੀ ਹੈ, ਤਾਂ ਆਲਰੇਡੀ ਹੀਟ ਦਾ ਲੋਸ ਘੱਟ ਹੋਏਗਾ, ਬਟ ਹੋਏਗਾ। ਮਤਲਬ ਤੁਸੀਂ ਇਹ ਵਾਲਾ ਲੋਸ ਵੀ ख़त्म नहीं कर ਸਕਦੇ। ਜਿਵੇਂ ਤੁਸੀਂ ਐਡੀ ਕਰੰਟਸ ख़त्म नहीं कर ਸਕਦੇ ਸੀ, ਤੁਸੀਂ ਇਹ ਵਾਲਾ ਲੋਸ ਵੀ ख़त्म नहीं कर ਸਕਦੇ। ਥਰਡ, ਮੈਗਨੈਟਿਕ ਫਲਕਸ ਲੋਸ। ਆਪਾਂ ਨੇ ਇਹ ਕੀਤਾ ਸੀਗਾ ਵੀ ਜਿੰਨਾ ਫਲਕਸ ਪ੍ਰਾਇਮਰੀ ਦਾ ਚੇਂਜ ਹੋਏਗਾ ਓਨਾ ਹੀ ਫਲਕਸ ਸੈਕੰਡਰੀ ਦਾ ਚੇਂਜ ਹੋਏਗਾ, ਬਿਕੋਜ਼ ਦੋਨੇ ਕੋਇਲਸ ਇੱਕ ਦੂਜੇ ਦੇ ਕਾਫੀ ਕਲੋਜ਼ ਪਈਆਂ ਨੇ। ਬੋਥ ਕੋਇਲਸ ਪਲੇਸਡ ਵੈਰੀ ਵੈਰੀ ਕਲੋਜ਼ ਟੂ ਈਚ ਅਦਰ, ਵੀ ਜਿੰਨਾ ਪ੍ਰਾਇਮਰੀ ਦਾ ਫਲਕਸ ਚੇਂਜ ਹੋਏਗਾ ਓਨਾ ਹੀ ਸੈਕੰਡਰੀ ਦਾ ਫਲਕਸ ਚੇਂਜ ਹੋਏਗਾ। ਇਹ ਲੈਟ ਕੀਤਾ ਸੀਗਾ ਨਾ। ਬਟ ਬੇਟਾ ਦੋਨੇ ਕੋਇਲਸ ਇੱਕ ਦੂਜੇ ਤੋਂ ਥੋੜ੍ਹਾ ਜਿਹਾ ਤਾਂ ਦੂਰ ਪਈਆਂ ਨੇ, ਇੱਕ ਦੂਜੇ ਦੇ ਉੱਪਰ ਹੀ ਤਾਂ ਵਾਊਂਡ ਨਹੀਂ ਹੈਗੀਆਂ, ਥੋੜ੍ਹੇ ਡਿਸਟੈਂਸ 'ਤੇ ਪਈਆਂ ਨੇ। ਇਹਦਾ ਮਤਲਬ ਇਹ ਹੋਇਆ ਵੀ ਜਿੰਨਾ ਫਲਕਸ ਪ੍ਰਾਇਮਰੀ ਦਾ ਚੇਂਜ ਹੋਏਗਾ ਹੈ ਨਾ, ਉਸ ਨਾਲੋਂ ਘੱਟ ਫਲਕਸ ਸੈਕੰਡਰੀ ਦਾ ਚੇਂਜ ਹੋਏਗਾ। ਥੋੜ੍ਹਾ ਜਿਹਾ ਫਲਕਸ ਘੱਟ ਚੇਂਜ ਹੋਏਗਾ ਸੈਕੰਡਰੀ ਦਾ, ਮਤਲਬ ਥੋੜ੍ਹਾ ਜਿਹਾ ਫਲਕਸ ਦਾ ਲੋਸ ਹੋਏਗਾ। ਸਮ ਬਿਕੋਜ਼ ਸੈਕੰਡਰੀ ਕੋਇਲ ਲਾਈਜ਼ ਐਟ some distance from primary coil, so some magnetic flux loss takes place। बेटा नोट्स तो पढ़ लियो, साफ साफ लिखा हुआ है मैंने, ओके। कि क्योंकि सैकेंडरी कोयल ਪ੍ਰਾਇਮਰੀ ਕੋਇਲ ਤੋਂ ਥੋੜ੍ਹੇ ਜਿਹੇ ਡਿਸਟੈਂਸ 'ਤੇ ਪਈ ਹੁੰਦੀ ਹੈ, ਇਸ ਕਰਕੇ ਕੁਝ ਫਲਕਸ ਦਾ ਲੋਸ ਤਾਂ ਹੁੰਦਾ ਹੈ, ਥੋੜ੍ਹੇ ਜਿਹੇ ਫਲਕਸ ਦਾ ਲੋਸ ਤਾਂ ਹੁੰਦਾ। ਫੋਰਥ, ਹਿਸਟੈਰਿਸਿਸ ਲੋਸ। ਹਿਸਟੈਰਿਸਿਸ ਲੋਸ, ਹਿਸਟੈਰਿਸਿਸ ਤੁਸੀਂ ਯੂਨਿਟ 3rd 'ਚ ਪੜ੍ਹਿਆ ਸੀ। ਯੂਨਿਟ 3rd 'ਚ ਹਿਸਟੈਰਿਸਿਸ ਲੋਸ ਪੜ੍ਹਿਆ ਸੀ। ਯੂਨਿਟ 3rd 'ਚ ਹਿਸਟੈਰਿਸਿਸ ਲੋਸ ਕੀ ਸੀ? ਵੀ ਜਦੋਂ ਕਰੰਟ ਚੇਂਜ ਹੋਏਗਾ, ਕਰੰਟ ਕਦੇ ਇਨਕਰੀਜ਼ ਹੋਏਗਾ ਕਦੇ ਡਿਕਰੀਜ਼ ਹੋਏਗਾ, ਕਿਉਂਕਿ ਅਲਟਰਨੇਟਿੰਗ ਕਰੰਟ ਹੈ ਨਾ ਬੇਟਾ। ਅਲਟਰਨੇਟਿੰਗ ਕਰੰਟ ਕਦੇ ਇਨਕਰੀਜ਼ ਹੋਏਗਾ ਕਦੇ ਡਿਕਰੀਜ਼ ਹੋਏਗਾ। ਜਦੋਂ ਕਰੰਟ ਇਨਕਰੀਜ਼ ਹੋਏਗਾ ਤਾਂ ਫਲਕਸ ਇਨਕਰੀਜ਼ ਹੋਏਗਾ, ਜਦੋਂ ਕਰੰਟ ਡਿਕਰੀਜ਼ ਹੋਏਗਾ ਤਾਂ ਫਲਕਸ ਡਿਕਰੀਜ਼ ਹੋਏਗਾ। ਬਾਰ ਬਾਰ ਜਦੋਂ ਕਰੰਟ ਇਨਕਰੀਜ਼ ਹੋਏਗਾ ਕੋਰ ਮੈਗਨੇਟਾਈਜ਼ ਹੋ ਜਾਏਗੀ, ਜਦੋਂ ਕਰੰਟ ਡਿਕਰੀਜ਼ ਹੋਏਗਾ ਕੋਰ ਡੀਮੈਗਨੇਟਾਈਜ਼ ਹੋ ਜਾਏਗੀ। ਫਿਰ ਕਰੰਟ ਇਨਕਰੀਜ਼ ਹੋਏਗਾ ਮੈਗਨੇਟਾਈਜ਼ ਹੋ ਜਾਏਗੀ, ਫਿਰ ਕਰੰਟ ਡਿਕਰੀਜ਼ ਹੋਏਗਾ ਡੀਮੈਗਨੇਟਾਈਜ਼ ਹੋ ਜਾਏਗੀ। ਫਿਰ ਕਰੰਟ ਇਨਕਰੀਜ਼, ਐਵਰੀ ਟਾਈਮ ਵੈਨ ਕਰੰਟ ਇਨਕਰੀਜ਼ਿਜ਼ ਕੋਰ ਬਿਕਮਸ ਮੈਗਨੇਟਾਈਜ਼ ਐਂਡ ਵੈਨ ਕਰੰਟ ਡਿਕਰੀਜ਼ਿਜ਼ ਕੋਰ ਡੀਮੈਗਨੇਟਾਈਜ਼। ਬਾਰ ਬਾਰ ਮੈਗਨੇਟਾਈਜ਼ ਐਂਡ ਡੀਮੈਗਨੇਟਾਈਜ਼ ਹੋਣ ਨਾਲ ਐਨਰਜੀ ਦਾ ਲੋਸ ਹੁੰਦਾ। ਦੈਟ ਲੋਸ ਇਜ਼ ਨੋਨ ਐਜ਼ ਹਿਸਟੈਰਿਸਿਸ ਲੋਸ। ਤਾਂ ਬੇਟਾ ਕੁਛ ਹਿਸਟੈਰਿਸਿਸ ਲੋਸ ਵੀ ਹੁੰਦਾ ਹੈ ਨਾ। ਇਹ ਹਿਸਟੈਰਿਸਿਸ ਲੋਸ ਵੀ ਅਸੀਂ ਡਿਕਰੀਜ਼ ਨਹੀਂ ਕਰ ਸਕਦੇ, ਓਕੇ। ਘਟਾ ਸਕਦੇ ਹਾਂ। ਕਿਵੇਂ ਘਟਾਵਾਂਗੇ ਹਿਸਟੈਰਿਸਿਸ ਲੋਸ ਬੇਟਾ? ਅੱਛਾ, ਮੈਗਨੈਟਿਕ ਫਲਕਸ ਲੋਸ ਕਿਵੇਂ ਘਟਾਉਂਗੇ? ਮੈਗਨੈਟਿਕ ਫਲਕਸ ਦਾ ਲੋਸ ਕਿਵੇਂ ਘਟਾਵਾਂਗੇ? ਦੋਨੇ ਕੋਇਲਸ ਨੂੰ ਇੱਕ ਦੂਜੇ ਦੇ ਨੇੜੇ ਵਾਊਂਡ ਕਰਕੇ। ਪ੍ਰਾਇਮਰੀ ਕੋਇਲ ਅਤੇ ਸੈਕੰਡਰੀ ਕੋਇਲ ਨੂੰ ਇੱਕ ਦੂਜੇ ਦੇ ਜਿੰਨਾ ਕਲੋਜ਼ ਵਾਊਂਡ ਕਰੋਗੇ ਉਨਾ ਇਹ ਲੋਸ ਘੱਟ ਹੋਏਗਾ। ਹਿਸਟੈਰਿਸਿਸ ਲੋਸ ਕਿਵੇਂ ਘਟਾਉਂਗੇ? ਇਹੋ ਜਿਹਾ ਮਟੀਰੀਅਲ ਯੂਜ਼ ਕਰੋ ਜਿਸ ਦਾ ਲੂਪ ਏਰੀਆ ਸਮੋਲ ਹੋਵੇ। ਲੂਪ ਏਰੀਆ ਸਮੋਲ ਹੋਵੇ। ਲੂਪ ਏਰੀਆ ਸਮਝਦੇ ਹੋ? ਹਿਸਟੈਰਿਸਿਸ ਲੂਪ ਏਰੀਆ, ਹਿਸਟੈਰਿਸਿਸ ਲੂਪ ਏਰੀਆ ਸਮੋਲ ਹੋਵੇ। ਐਂਡ ਲੂਪ ਏਰੀਆ ਸਮੋਲ ਕਿਸ ਦਾ ਹੁੰਦਾ ਸੀ? ਆਇਰਨ ਦਾ। ਤਾਂ ਆਇਰਨ ਦੀ ਕੋਰ ਯੂਜ਼ ਕਰਕੇ, ਆਇਰਨ ਦੀ ਕੋਰ ਯੂਜ਼ ਕਰੋਗੇ। ਆਇਰਨ ਦਾ ਲੂਪ ਏਰੀਆ ਯਾਦ ਹੈ ਬੇਟਾ, ਮੈਂ ਕਰਵਾਇਆ ਸੀਗਾ ਤੁਹਾਨੂੰ ਯੂਨਿਟ 3rd 'ਚ। ਆਇਰਨ ਦਾ ਜਿਹੜਾ ਲੂਪ ਏਰੀਆ ਹੁੰਦਾ ਉਹ ਸਮੋਲ ਹੁੰਦਾ, ਏਰੀਆ ਸਮੋਲ ਹੁੰਦਾ। ਏਰੀਆ ਸਮੋਲ ਹੋਏਗਾ ਤਾਂ ਬੇਟਾ ਹਿਸਟੈਰਿਸਿਸ ਲੋਸ ਵੀ ਸਮੋਲ ਹੋਏਗਾ, ਹੈ ਨਾ। ਏਰੀਆ ਸਮੋਲ ਹੋਏਗਾ ਤਾਂ ਹਿਸਟੈਰਿਸਿਸ ਲੋਸ ਵੀ
ਸਮੋਲ ਹੋਏਗਾ। ਇਸ ਕਰਕੇ ਆਇਰਨ ਦੀ ਕੋਰ ਯੂਜ਼ ਕਰਨੀ ਚਾਹੀਦੀ ਹੈ, ਆਇਰਨ ਦੀ। ਹਿਸਟੈਰਿਸਿਸ ਲੋਸ ਸਮੋਲ ਹੋਏਗਾ। ਮੈਗਨੇਟੋਸਟ੍ਰਿਕਸ਼ਨ ਹੁੰਦਾ ਹੈ ਪ੍ਰੋਡਕਸ਼ਨ ਆਫ ਸਾਊਂਡ, ਪ੍ਰੋਡਕਸ਼ਨ ਆਫ ਸਾਊਂਡ। ਜਦੋਂ ਟਰਾਂਸਫਾਰਮਰ ਚੱਲਦਾ ਨਾ ਉਹ ਹਿਊਮਿੰਗ ਨੋਇਜ਼ ਪ੍ਰੋਡਿਊਸ ਕਰਦਾ, ਹਿਊਮਿੰਗ ਨੋਇਜ਼। ਹਿਊਮਿੰਗ ਨੋਇਜ਼ ਕਿਹਾ ਜਾਂਦਾ ਜਿਵੇਂ ਜਿਵੇਂ ਮੱਖੀ ਨਹੀਂ ਭਿਨਭਿਨਾਉਂਦੀ ਹੁੰਦੀ, ਮੱਖੀ ਮੱਛਰ ਭਿਨਭਿਨਾਉਂਦੇ ਹੁੰਦੇ ਨੇ, ਉਹਨਾਂ ਦੀ ਸਾਊਂਡ ਹੁੰਦੀ ਹੈ। ਉਵੇਂ ਜਦੋਂ ਟਰਾਂਸਫਾਰਮਰ ਚੱਲਦਾ ਹੈ ਉਦੋਂ ਉਹ ਨੋਇਜ਼ ਪ੍ਰੋਡਿਊਸ ਕਰਦਾ ਹੈ। ਕਦੇ ਵੀ ਨਾ ਟਰਾਂਸਫਾਰਮਰ ਦੇ ਨੀਚੇ ਖੜ੍ਹ ਕੇ ਦੇਖਿਓ ਤੁਸੀਂ, ਟਰਾਂਸਫਾਰਮਰ ਦੇ ਨੀਚੇ ਖੜ੍ਹ ਕੇ, ਕਦੇ ਵੀ ਟਰਾਂਸਫਾਰਮਰ ਦੇ ਨੀਚੇ ਖੜ੍ਹ ਕੇ ਦੇਖਿਓ, ਜਿਵੇਂ ਮੱਖੀ ਜਾਂ ਮੱਛਰ ਭਿਨਭਿਨਾਉਂਦੇ ਹੁੰਦੇ ਨੇ ਉਵੇਂ ਉਹ ਸਾਊਂਡ ਪ੍ਰੋਡਿਊਸ ਕਰ ਰਿਹਾ ਹੋਵੇਗਾ, ਹਲਕੀ ਜਿਹੀ ਸਾਊਂਡ ਪ੍ਰੋਡਿਊਸ ਕਰ ਰਿਹਾ ਹੋਵੇਗਾ। ਸਾਊਂਡ ਇਜ਼ ਆਲਸੋ ਐਨਰਜੀ। ਜਿਹੜੀ ਬੇਟਾ ਸਾਊਂਡ ਹੈ ਇਟ ਇਜ਼ ਆਲਸੋ ਅ ਐਨਰਜੀ ਵਿਚ ਇਜ਼ ਲੋਸ ਇਨ ਸਰਾਊਂਡਿੰਗ। ਜਿਹੜੀ ਸਰਾਊਂਡਿੰਗ 'ਚ ਲੋਸ ਹੋ ਰਹੀ ਹੈ, ਤਾਂ ਇਹ ਸਾਰੀਆਂ ਐਨਰਜੀਜ਼ ਦਾ ਲੋਸ ਹੁੰਦਾ ਬੇਟਾ। ਨਾ ਅਸੀਂ ਫੈਰਸ ਲੋਸ ख़त्म ਕਰ ਸਕਦੇ ਹਾਂ, ਕੁਛ ਨਾ ਕੁਛ ਹੋਏਗਾ ਡਿਊ ਟੂ ਦ ਪ੍ਰੋਡਕਸ਼ਨ ਆਫ ਐਡੀ ਕਰੰਟਸ। ਕਾਪਰ ਲੋਸ ਵੀ ख़त्म नहीं कर सकते क्योंकि वायर की कुछ ना कुछ रजिस्टेंस होएगी जिस कारण हीट प्रोड्यूस होएगी। मैगनैटिक फ्लक्स का लॉस खत्म नहीं कर सकते क्योंकि सैकेंडरी कोयल प्राइमरी कोयल तो थोड़े जे गैप ते तो होएगी। हिस्टैरिसिस लॉस नहीं खत्म कर सकते, मैगनैटोस्ट्रिक्शन नहीं खत्म कर सकते। इन्हां सारे एनर्जी लॉस कारण कदे भी ट्रांसफार्मर की एफिशिएंसी 100% नहीं बन पाती। 100% एफिशिएंसी जिहड़ी हुंदी है वो सिर्फ आइडियल ट्रांसफार्मर की हुंदी है। वो भी आइडियल ट्रांसफार्मर सिर्फ कागज़ां पढ़न वास्ते है, सिर्फ रीड करने वास्ते है, ठीक है। डेली लाइफ च कोई भी ट्रांसफार्मर यह जिहा नहीं हुंदा जिहदी एफिशिएंसी 100% ना हो, है ना। इन्हां एनर्जी लॉसिस कारण एफिशिएंसी 100% नालों घट हुंदी है। जिन्ना एनर्जी का लॉस ज़्यादा होएगा उन्नी एफिशिएंसी घट होएगी, जिन्ना एनर्जी का लॉस घट होएगा उन्नी एफिशिएंसी ज़्यादा होगी। सो दिस इज़ ऑल अबाउट द ट्रांसफार्मर एंड इस दे नाल अपना यूनिट 4th ओवर होंदा है। इस तो इलावा कोई होर टॉपिक लाइक DC जनरेटर, है ना, मोटर स्टार्टर, है ना, ये कोई भी टॉपिक सिलेबस नहीं है बेटा, ओके। इस करके होर असी 4th यूनिट चो कोई भी चीज़ एक्सट्रा नहीं कवर करांगे। ना मोटर स्टार्टर पढ़ना है, ना थोड़े नोट्स हैगा लिखा हुआ मैनू पता है, ठीक है। वो एक्सट्रा नॉलेज वास्ते सीगा, वो रीड आउट कर लियो अपने आप तुसी, ओके। मोटर स्टार्टर, DC जनरेटर, ये टॉपिक्स आउट ऑफ सिलेबस है, आप कवर नहीं करांगे। क्लियर? थैंक यू वेरी मच।